ਤਕਰੀਬਨ 12 ਦੇ ਆਸ-ਪਾਸ ਜੋ ਬੇਟੀਆਂ ਉਹਨਾਂ ਦਾ ਵਿਆਹ ਦੇ ਕਾਰਜ ਪੂਰੇ ਕਰ ਚੁੱਕੇ ਹੋ ਜੀ ਬਿਲਕੁਲ। ਤੇ ਇਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਬੁੱਕਸ, ਨੀਡੀ ਬੱਚਿਆਂ ਨੂੰ ਜਾਂ ਲਾਕਡਾਊਨ ਦੇ ਵਿੱਚ ਲੰਗਰ ਵੀ ਲਗਾਏ ਹੋਏ ਆ। ਜੀ ਬਿਲਕੁਲ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਕਾਰਜ ਕੀਤੇ ਨੇ ਸਮਾਜ ਸੇਵੀ ਦੇ? ਕਾਰਜ ਦੇਖੋ, ਕਾਰਜ ਤੇ ਵਾਹਿਗੁਰੂ ਤੇ ਇਹ ਕਹਿੰਦੇ ਆ ਕਿ ਕਾਰਜ ਜੇ ਸੱਜੇ ਹੱਥ ਨਾਲ ਕਰੋ ਤਾਂ ਖੱਬੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਠੀਕ ਹੈ ਨਾ। ਇੱਕ ਮੇਲ ਪੜ੍ਹਦਾ ਹੈ ਤਾਂ ਇੱਕ ਪਰਿਵਾਰ ਨੂੰ ਜਾਂ ਕਹਿ ਲਓ ਕਿ ਸਮਾਜ ਦੇ ਇੱਕ ਹਿੱਸੇ ਨੂੰ ਸਿੱਖਿਅਤ ਕਰ ਸਕਦਾ। ਠੀਕ ਹੈ ਜੀ। ਤੇ ਜਦੋਂ ਬੇਟੀ ਪੜ੍ਹਦੀ ਹੈ ਉਹ ਦੋਹਾਂ ਪਰਿਵਾਰਾਂ ਨੂੰ, ਇੱਕ ਉਹਦਾ ਪੇਕਾ ਪਰਿਵਾਰ ਤੇ ਇੱਕ ਉਹਦਾ ਸਹੁਰਾ ਪਰਿਵਾਰ, ਉਹ ਦੋਨਾਂ ਨੂੰ ਸਿੱਖਿਅਤ ਕਰਦੀ ਹੈ ਤੇ ਆਪਣੀ ਆਉਣ ਵਾਲੀ ਜਿਹੜੀ ਉਹਦੀ ਜਨਰੇਸ਼ਨ ਹੈ, ਜਿਹੜੇ ਉਹਦੇ ਬੱਚੇ ਹੈ, ਤੇ ਉਹਨੂੰ ਵੀ ਜੋ ਹੈ ਉਹ ਸਿੱਖਿਅਤ ਕਰਦੀ ਹੈ। ਜਿਹੜੇ ਗਰੀਬ ਬੱਚੇ, ਠੀਕ ਹੈ ਜੀ, ਜੋ ਲੋਕ ਫੀਸ ਨਹੀਂ ਦੇ ਸਕਦੇ, ਜਿਨ੍ਹਾਂ ਨੂੰ ਕੋਲ ਡਰੈਸਿਸ ਨਹੀਂ ਹੈਗੀਆਂ, ਜਿਨ੍ਹਾਂ ਕੋਲ ਬੁੱਕਸ ਨਹੀਂ ਹੈਗੀਆਂ, ਉਹ ਮੈਂ ਆਪਣੇ ਨੰਬਰ ਫਲੈਸ਼ ਕੀਤੇ ਹੋਏ ਆ, ਉਹ ਮੈਨੂੰ ਉੱਤੇ ਰਾਬਤਾ ਕਾਇਮ ਕਰ ਸਕਦੇ ਆ। ਪਹਿਲੀ ਤੋਂ ਲੈ ਕੇ 12ਵੀਂ ਤੱਕ ਧੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਲਈ ਬੁੱਕਸ ਫ੍ਰੀ ਹੈ, ਉਹ ਸਾਡੇ ਨਾਲ ਰਾਬਤਾ ਕਰ ਸਕਦੇ, ਸਾਡੀ ਸੁਸਾਇਟੀ ਨਾਲ ਰਾਬਤਾ ਕਰ ਸਕਦੇ ਆ। ਅੱਜ ਕੱਲ੍ਹ ਪੰਜਾਬ ਵਿੱਚ ਬਹੁਤ ਹੀ ਵਧੀਆ ਸਮਾਜ ਸੰਸਥਾਵਾਂ, ਸਮਾਜਿਕ ਜਿਹੜੇ ਕੰਮਕਾਰ ਬਹੁਤ ਵਧੀਆ ਤਰੀਕੇ ਨਾਲ ਕਰ ਰਹੀਆਂ ਨੇ, ਪਰ ਫਿਰ ਵੀ ਕਈ ਲੋਕ ਉਹਨਾਂ ਨੂੰ ਬੜੇ ਹੀ ਗਲਤ ਤਰੀਕੇ ਨਾਲ ਕ੍ਰਿਟੀਸਾਈਜ਼ ਕਰ ਰਹੇ ਆ ਕਿ ਉਹ ਮਨੀ ਦਾ, ਪੈਸੇ ਦਾ ਬਹੁਤ ਗਲਤ ਫਾਇਦਾ ਉਠਾ ਰਹੇ ਆ। ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੰਜਾਬੀ ਸਟੂਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ। ਮੈਂ ਸੁਖ ਰਥੂ ਹਾਜ਼ਰ ਹਾਂ ਪ੍ਰੋਗਰਾਮ ਸਨਮੁਖ ਲੈ ਕੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਪਣੇ ਪ੍ਰੋਗਰਾਮ ਵਿੱਚ ਕਿਸੇ ਨਾ ਕਿਸੇ ਮਹਿਨਾਜ਼ ਹਸਤੀ ਨਾਲ ਤੁਹਾਡੇ ਸਨਮੁਖ ਹੁੰਦੇ ਹਾਂ। ਸੋ ਅੱਜ ਸਾਡੇ ਨਾਲ OBC ਡਿਪਾਰਟਮੈਂਟ ਦੇ ਚੇਅਰਮੈਨ ਤੇ ਸਮਾਜ ਸੇਵੀ ਤਰਲੋਕ ਸਿੰਘ ਜੀ ਸਰਾਂ ਸਾਡੇ ਨਾਲ ਹਾਜ਼ਰ ਹਨ। ਤਰਲੋਕ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ 'ਚ। ਬਹੁਤ ਧੰਨਵਾਦ ਜੀ। ਪਹਿਲੀ ਗੱਲ ਤੇ ਪੰਜਾਬੀ ਸਟੂਡੀਓ ਦੇ ਜੋ ਟੀਮ ਅੱਜ ਸਾਡੇ ਵਿੱਚ ਪਹੁੰਚੀ ਹੈ, ਉਹਨਾਂ ਸਾਰਿਆਂ ਦਾ ਮੈਂ ਇੱਥੇ ਵੈਲਕਮ ਕਰਦਾ। ਬਹੁਤ ਧੰਨਵਾਦ। ਹਾਂਜੀ ਸਰਾਂ ਸਾਹਿਬ, ਪਹਿਲਾਂ ਤਾਂ ਤੁਸੀਂ ਸਾਨੂੰ ਆਪਣੇ ਪਿਛੋਕੜ ਤੇ ਬਚਪਨ ਬਾਰੇ ਦੱਸੋ ਜੀ। ਵੀਰ, ਮੇਰਾ ਪਿਛੋਕੜ ਆਪਣੇ ਇੱਥੋਂ 30 ਕਿਲੋਮੀਟਰ ਪਿੰਡ ਹੈਗਾ, ਕਾਲਾ ਸੰਘਿਆਂ ਦੇ ਨਾਲ ਪਿੰਡ ਪੈਂਦਾ ਜੀ, ਜੱਲੋਵਾਲ। ਠੀਕ ਹੈ ਜੀ। ਮੇਰੇ ਦਾਦਾ ਜੀ ਹੁਣੀ, ਸਾਰਾ ਪਰਿਵਾਰ ਮੇਰਾ ਇੱਥੇ ਜੱਲੋਵਾਲ ਦੀ ਰਿਹਾਇਸ਼ ਰਹੀ ਹੈ ਸਾਡੀ ਪਿੱਛੇ। ਅਤੇ ਪਰ ਸਨ 1970-75 ਦੀ ਰੇਂਜ ਦੇ ਵਿੱਚ ਸਾਡਾ ਪਰਿਵਾਰ ਜਿਹੜਾ ਆ ਇੱਥੋਂ ਮੂਵ ਕਰ ਗਿਆ ਸੀ, ਜੋ ਕਿ UP ਔਰ ਉੱਤਰਾਖੰਡ ਦੇ ਬਾਰਡਰ ਦੇ ਉੱਤੇ ਠੀਕ ਹੈ ਜੀ ਜਗ੍ਹਾ ਪੈਂਦੀ ਬਿਲਾਸਪੁਰ ਉੱਥੇ। ਅਤੇ ਉੱਥੇ ਸਾਰਾ ਜੰਗਲ ਸੀ, ਉਹਨੂੰ ਆਬਾਦ ਕਰਕੇ ਉਹ ਤਰਾਈ ਅੱਜ ਪੰਜਾਬ ਦਾ ਜੋ ਹੈ ਉਸ ਏਰੀਏ ਦਾ ਮਿਨੀ ਪੰਜਾਬ ਕਿਹਾ ਜਾਂਦਾ। ਠੀਕ ਹੈ ਜੀ। ਔਰ ਬੈਸਟ ਇਲਾਕਾ ਕਾਊਂਟ ਹੁੰਦਾ ਹੈ, ਉਹ ਸਾਰਾ ਇੱਧਰੋਂ ਜਾ ਕੇ ਆਬਾਦ ਕੀਤਾ ਅਤੇ ਫਿਰ ਉਸ ਤੋਂ ਬਾਅਦ ਉੱਥੇ ਮੂਵ ਕਰ ਗਏ ਸੀ। ਠੀਕ ਹੈ ਜੀ। ਅਤੇ ਫਿਰ ਉਸ ਤੋਂ ਬਾਅਦ UP ਤੋਂ ਬਾਅਦ ਤੁਸੀਂ ਜਲੰਧਰ ਕਿਸ ਤਰ੍ਹਾਂ ਆਏ? ਮੇਰੇ ਮਨ ਦੇ ਵਿੱਚ ਸੀ ਜੀ, ਜਿਹੜੀਆਂ ਜੜ੍ਹਾਂ ਤੁਹਾਨੂੰ ਪਤਾ, ਜਿਹੜਾ ਸਾਡਾ ਪਿਛੋਕੜ ਹੈ ਉਹ ਪੰਜਾਬ ਹੀ ਹੈ। ਹਾਂਜੀ। ਮੇਰੀ ਐਜੂਕੇਸ਼ਨ ਜੋ ਹੈ ਮੈਂ MSc ਐਗਰੀਕਲਚਰ ਤੋਂ ਕੀਤੀ। ਠੀਕ ਹੈ ਜੀ। ਔਰ ਸਟੱਡੀ ਸਾਰੀ ਮੇਰੀ CCSE ਯੂਨੀਵਰਸਿਟੀ ਮੇਰਠ ਤੋਂ ਹੈ। ਠੀਕ ਹੈ ਜੀ। ਅਤੇ ਇਹਨਾਂ ਦਾ ਸੈਂਟਰ ਹੁੰਦਾ ਸੀ ICAR, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਨਿਊ ਦਿੱਲੀ। ਅਤੇ ਉੱਥੇ ਰਹਿ ਕੇ ਸਟੱਡੀ ਕੀਤੀ ਸਾਰੀ। ਪਰ ਮਨ ਵਿੱਚ ਇੱਕ ਤਾਂਘ ਸੀ ਕਿ ਜਿੱਥੋਂ ਅਸੀਂ ਮੂਵ ਕਰਕੇ ਆਏ ਹਾਂ, ਜਿਸ ਪਿਛੋਕੜ 'ਚੋਂ ਅਸੀਂ ਆਏ ਹਾਂ, ਉਸ ਜਗ੍ਹਾ ਦੇ ਵਿੱਚ ਅਸੀਂ ਦੁਬਾਰਾ ਮੁੜ ਕੇ ਜਾਣਾ, ਤਾਂ ਕਿ ਜੋ ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜਾਬ, ਜਿਹਨੂੰ ਸਾਰੀ ਦੁਨੀਆ ਇਸ ਨਾਂ ਨਾਲ ਜਾਣਦੀ ਹੈ ਕਿ ਨਤਮਸਤਕ ਰਹਿੰਦੇ ਆ। ਬਿਲਕੁਲ ਜੀ। ਅਤੇ ਫਿਰ ਉੱਥੇ ਜੜ੍ਹਾਂ ਦੁਬਾਰਾ ਜੁੜਨ, ਇਹ ਮਨ ਦੀ ਤਾਂਘ ਸੀ। ਔਰ ਉਹ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਮੈਂ ਫਿਰ ਪੰਜਾਬ ਵੱਲ ਵਾਪਸ ਮੁੜਿਆ। ਠੀਕ ਹੈ ਜੀ। ਅਤੇ ਤੁਹਾਡੇ ਪਰਿਵਾਰ ਵਿੱਚ ਹੁਣ ਕੌਣ ਨੇ? ਭਰਿਆ ਪੁਰਿਆ ਪਰਿਵਾਰ ਹੈ ਜੀ। ਫੈਮਿਲੀ ਦੇ ਵਿੱਚ ਜਿੱਦਾਂ ਸਾਂਝੀ ਫੈਮਿਲੀ ਹੈ ਸਾਡੀ। ਔਰ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ, ਜਿੱਦਾਂ ਸਾਂਝੇ ਪਰਿਵਾਰ ਜਿਹੜੇ ਬਹੁਤ ਘੱਟ ਹੈ। ਠੀਕ ਹੈ ਜੀ। ਅਤੇ ਇਸ ਦੇ ਵਿੱਚ ਮੇਰੇ ਪਿਤਾ ਜੀ, ਮੇਰੇ ਮਾਤਾ ਜੀ ਔਰ ਮੇਰੇ ਵੱਡੇ ਬ੍ਰਦਰ ਜੋ ਆਸਟ੍ਰੇਲੀਆ ਦੇ ਵਿੱਚ ਸੈੱਟ ਹੈ, ਉੱਥੇ ਆਪਣੇ ਡਿਗਰੀ ਕਾਲਜਿਸ ਹੈਗੇ ਆ, ਲਾਅ ਕਾਲਜਿਸ ਹੈ, ਔਰ ਬਹੁਤ ਸੋਹਣਾ ਪ੍ਰਮਾਤਮਾ ਦੀ ਕਿਰਪਾ ਉੱਥੇ। ਔਰ ਬ੍ਰਦਰ ਉੱਥੇ ਇਮੀਗ੍ਰੇਸ਼ਨ ਲਾਇਰ ਹੈਗੇ। ਠੀਕ ਹੈ ਜੀ। ਹਾਂਜੀ। ਅਤੇ ਨਾਲ ਤਾਏ ਚਾਚੇ, ਸਾਰੇ ਬਾਬੇ ਦੀ ਕਿਰਪਾ ਹੈ ਜੀ, ਸਾਰਾ ਪਰਿਵਾਰ ਭਰਿਆ ਪੁਰਿਆ ਹੈ। ਹਾਂਜੀ, ਯਾਨੀ ਕਿ ਬਹੁਤ ਵੱਡੀ ਫੁਲਵਾੜੀ ਹੈ ਤੁਹਾਡੀ, ਹੈ ਨਾ ਜੀ। ਚਲੋ ਬਹੁਤ ਵਧੀਆ। ਜਿੱਦਾਂ ਕਿ ਮੈਨੂੰ ਪਤਾ ਲੱਗਾ ਤੁਸੀਂ OBC ਡਿਪਾਰਟਮੈਂਟ ਤੋਂ ਚੇਅਰਮੈਨ ਵੀ ਹੋ। ਚੇਅਰਮੈਨ ਹੋਣ ਦੇ ਨਾਲ ਤੁਸੀਂ ਇੱਕ ਸਮਾਜ ਸੇਵਕ ਵੀ ਹੋ। ਇਹ ਵਾਲੀ ਤਾਂਘ ਤੁਹਾਡੇ ਦਿਲ ਵਿੱਚ ਕਿੱਦਾਂ ਆਈ?
ਅੱਜ ਦੇ ਜੋ ਹਾਲਾਤ ਹੈ, ਅਗਰ ਦੇਖਿਆ ਜਾਵੇ ਕਿ ਜਿੱਦਾਂ ਦੇ ਮਾਹੌਲ ਬਣ ਚੁੱਕੇ ਹੈ ਦੇਸ਼ ਦੇ ਵਿੱਚ ਜਾਂ ਕਹੋ ਆਪਣੇ ਏਰੀਏ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ, ਕਿ ਕਿਸੇ ਵੀ ਅਗਰ ਕੰਮ ਨੂੰ ਤੁਸੀਂ ਕਰਨਾ ਹੈ ਤੇ ਉਹਦੇ ਲਈ ਇੱਕ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ। ਬਿਲਕੁਲ, ਪਲੇਟਫਾਰਮ ਤੋਂ ਬਿਨਾਂ ਤਾਂ ਕੁਝ ਹੋਣਾ ਨਹੀਂ ਜੀ। ਤੇ ਹਾਲਾਂਕਿ ਪਿਛੋਕੜ ਸਾਡਾ, ਅਸੀਂ ਮੁੱਢ ਤੋਂ ਹੀ ਕਾਂਗਰਸੀ ਰਹੇ ਹਾਂ। ਠੀਕ ਹੈ ਜੀ। ਤੇ ਫਿਰ ਕਾਂਗਰਸ ਦੇ ਨਾਲ, ਕਿਉਂਕਿ ਇੱਕ ਅਗਰ ਸਮਝਿਆ ਜਾਵੇ ਜਾਂ ਕਿਹਾ ਜਾਵੇ ਕਿ 47 ਤੋਂ ਪਹਿਲਾਂ ਸਾਰਿਆਂ ਦੀ ਪਾਰਟੀ ਕਾਂਗਰਸ ਹੀ ਸਭ ਤੋਂ ਪਹਿਲਾਂ ਤੇ ਜੀ, ਕਿਉਂਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਜਿਹੜੀ ਜਮਾਤ ਹੈ ਉਹ ਕਾਂਗਰਸ ਹੀ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਨਵੀਆਂ ਪਾਰਟੀਆਂ ਬਣੀਆਂ ਤੇ ਉਹ ਇੱਕ ਮਨ ਦੇ ਵਿੱਚ ਇੱਕ ਇੱਦਾਂ ਦੀ ਅਟੈਚਮੈਂਟ ਕਹਿ ਲਓ, ਜਾਂ ਸਾਡੇ ਬਜ਼ੁਰਗਾਂ ਦੀ ਅਟੈਚਮੈਂਟ ਕਹਿ ਲਓ, ਕਿ ਕਾਂਗਰਸ ਜਿਹੜੀ ਹੈ ਉਹ ਸਾਡੇ ਰਗਾਂ ਦੇ ਵਿੱਚ ਹੈ। ਠੀਕ ਹੈ ਜੀ। ਤੇ 2007 ਦੇ ਵਿੱਚ ਜੋ ਹੈ ਮੈਨੂੰ ਮੌਕਾ ਮਿਲਿਆ ਐਕਟਿਵ ਹੋ ਕੇ ਕਾਂਗਰਸ ਦੇ ਵਿੱਚ ਕੰਮ ਕਰਨ ਦਾ, ਤੇ ਐਜ਼ ਏ ਵਰਕਰ ਕੰਮ ਕੀਤਾ ਔਰ ਉਹਦਾ ਰਿਵਾਰਡ ਮੈਨੂੰ ਦਿੱਤਾ ਹਾਈ ਕਮਾਨ ਨੇ। ਤੇ ਮੈਂ 2011 ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਚੇਅਰਮੈਨ OBC ਡਿਪਾਰਟਮੈਂਟ ਜਲੰਧਰ ਐਲਾਨਿਆ ਗਿਆ, ਤੇ ਉਸ ਦੇ ਵਿੱਚ ਵੀ ਜੋ ਹੈ ਅਸੀਂ ਇੱਕ ਅਹੁਦਾ ਜਿਹੜਾ ਆ, ਇਹ ਸਨਮਾਨ ਤੁਸੀਂ ਕਹਿ ਸਕਦੇ ਪਾਰਟੀ ਵੱਲੋਂ ਸਾਨੂੰ ਦਿੱਤਾ, ਵਰਕਰਾਂ ਨੂੰ ਦਿੱਤਾ। ਤੇ ਅੱਜ ਵੀ ਅਸੀਂ ਜ਼ਮੀਨ ਨਾਲ ਜੁੜੇ ਹੋਏ ਵਰਕਰ ਹਾਂ ਤੇ ਵਰਕਰਾਂ ਦੀ ਪੂਰੀ ਜੋ ਹੈ ਮਾਨ ਮਰਿਆਦਾ ਦਾ ਅਸੀਂ ਖਿਆਲ ਰੱਖਦੇ। ਹਾਂਜੀ। ਤੇ ਤੁਸੀਂ ਡਿਪਾਰਟਮੈਂਟ ਦੇ ਚੇਅਰਮੈਨ ਦੇ ਹੋਣ ਦੇ ਬਾਵਜੂਦ ਫਿਰ ਵੀ ਤੁਸੀਂ ਸਮਾਜ ਸੇਵਾ ਲਈ ਆਪਣਾ ਸਮਾਂ ਕੱਢਦੇ ਆ, ਤੇ ਇਹ ਵਾਲੀ ਰੁਚੀ ਤੁਹਾਡੇ ਵਿੱਚ ਕਿੱਦਾਂ ਪੈਦਾ ਹੋਈ? ਐਕਚੁਅਲੀ ਜਦੋਂ ਅਸੀਂ ਸਮਾਜ 'ਚ ਵਿਚਰਦੇ ਹਾਂ ਨਾ, ਭਾਵੇਂ ਉਹ ਕੋਈ ਵੀ ਪਲੇਟਫਾਰਮ ਹੈ ਜਾਂ ਕੋਈ ਵੀ ਪਾਰਟੀ ਹੈ ਜਾਂ ਕੋਈ ਸੰਗਠਨ ਹੈ ਜਾਂ ਕੋਈ ਗਵਰਨਮੈਂਟ ਐਮਪਾਵਰਮੈਂਟ ਦੀ ਗੱਲ ਕਰੀਏ, EMPLOYMENT ਦੀ ਗੱਲ ਕਰੀਏ, ਤੇ ਦੇਖੋ ਪਹਿਲ ਤਾਂ ਕਰਨੀ ਪੈਣੀ ਹੈ। ਹਾਂਜੀ ਹਾਂਜੀ, ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ, ਅੱਗੇ ਆਉਣਾ ਪੈਣਾ ਹੈ ਨਾ। ਤੇ ਸਮਾਜ ਦੇ ਵਿੱਚ ਪੰਜੋਂ ਉਂਗਲਾਂ ਬਰਾਬਰ ਨਹੀਂ ਹੈ। ਬਿਲਕੁਲ ਜੀ। ਠੀਕ ਹੈ ਜੀ। ਹਰ ਸਮਾਜ ਦੇ ਵਿੱਚ ਹਰ ਤਰੀਕੇ ਦਾ ਵਿਅਕਤੀ ਜਿਹੜਾ ਹੈ ਉਹ ਵਿਚਰਦਾ ਹੈ, ਤੇ ਕਿਸੇ ਨੇ ਪ੍ਰਮਾਤਮਾ ਨੇ ਕਿਸੇ ਨੂੰ ਬਹੁਤੇ ਵਧੀਆ ਭਾਗ ਲਾਏ ਆ, ਔਰ ਕੋਈ ਲੋਕ ਇੱਦਾਂ ਦੇ ਆ ਜਿਹੜੇ ਵਿਚਾਰੇ ਦੋ ਜੂਨ ਦੀ ਰੋਟੀ ਨੂੰ ਵੀ ਤਰਸਦੇ ਆ। ਹਾਂਜੀ ਹਾਂਜੀ। ਤੇ ਮਨ ਦੇ ਵਿੱਚ ਇੱਕ ਸ਼ੁਰੂ ਤੋਂ ਵੀ ਸੀ, ਕਿਉਂਕਿ ਅਸੀਂ ਵੀ ਬਹੁਤ ਮਾੜਾ ਸਮਾਂ ਦੇਖਿਆ। ਬਿਲਕੁਲ ਜੀ। ਮਿਹਨਤਾਂ ਨੂੰ ਭਾਗ ਲਾਏ ਆ, ਸਾਡੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ ਹੈ, ਸਾਡੇ ਦਾਦਾ ਜੀ ਨੇ ਬਹੁਤ ਮਿਹਨਤ ਕੀਤੀ, ਤੇ ਜਿਹਦੀ ਬਦੌਲਤ ਅੱਜ ਅਸੀਂ ਇੱਥੇ ਹਾਂ। ਔਰ ਉਹਨਾਂ ਨੇ ਇੱਕ ਚੀਜ਼ ਦੇ ਉੱਤੇ ਜ਼ਰੂਰ ਧਿਆਨ ਦਿੱਤਾ ਕਿ ਜਿਹੜੀ ਐਜੂਕੇਸ਼ਨ ਹੈ ਉਹ ਬਹੁਤ ਮਸਟ ਹੈ। ਬਿਲਕੁਲ ਜੀ। ਇਹ ਉਹ ਹਥਿਆਰ ਹੈ, ਕਲਮ ਦੀ ਲੜਾਈ ਜਿਹੜੀ ਹੈ ਉਹ ਸਭ ਤੋਂ ਬੈਸਟ ਲੜਾਈ ਹੈ ਅੱਜ ਕੱਲ੍ਹ, ਕਿਉਂਕਿ ਕਲਮ ਅਗਰ ਤੁਹਾਡੇ ਕੋਲ ਹੈ ਜਾਂ ਐਜੂਕੇਸ਼ਨ ਤੁਹਾਡੇ ਕੋਲ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਤੇ ਉਹਨਾਂ ਨੇ ਫਾਰਮਿੰਗ ਕਰਨ ਦੇ ਨਾਲ ਨਾਲ ਸਾਡੀ ਐਜੂਕੇਸ਼ਨ 'ਤੇ ਬੜਾ ਧਿਆਨ ਦਿੱਤਾ। ਉਹ ਆਪ ਤੰਗ ਹੋਏ, ਜਿੱਦਾਂ ਉਹਨਾਂ ਨੇ ਮਿਹਨਤਾਂ ਕੀਤੀਆਂ, ਸਾਨੂੰ ਸਾਡੀ ਐਜੂਕੇਸ਼ਨ ਨਹੀਂ ਰੁਕੀ। ਮਤਲਬ ਕਿ ਤੁਹਾਨੂੰ ਪਰਿਵਾਰ ਵੱਲੋਂ ਪੂਰੀ ਸਪੋਰਟ ਸੀ? ਪੂਰੀ ਸਪੋਰਟ ਜੀ, ਔਰ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਜਿੱਦਾਂ ਕਹਿ ਸਕਦੇ ਹਾਂ, ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਹਾਇਰ ਐਜੂਕੇਸ਼ਨ ਦੇ ਵਿੱਚ ਜਾਣਾ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਇੰਪੋਰਟੈਂਟ ਗੱਲ ਹੁੰਦੀ ਸੀ। ਤੇ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ। ਔਰ ਸਮਾਜ ਦੇ ਵਿੱਚ ਜਦੋਂ ਮੈਂ ਨਿਕਲਿਆ, ਮੈਂ ਦੇਖਿਆ ਕਿ ਬੜੇ ਦਬੇ ਕੁਚਲੇ ਲੋਕ ਹੈ ਜਿਹੜੇ ਆਪਣੀ 2 ਜੂਨ ਦੀ ਰੋਟੀ ਲਈ ਵੀ ਤਰਸਦੇ ਆ, ਤੇ ਮੈਂ ਇੱਕ ਮੁਕੰਮਲ ਮੰਚ ਜਿਹੜਾ ਸੀ ਉਹ ਮੈਨੂੰ ਮਿਲ ਚੁੱਕਾ ਸੀ। ਠੀਕ ਹੈ ਜੀ। ਤੁਹਾਨੂੰ ਟੀਚਾ ਮਿਲ ਗਿਆ ਉੱਥੋਂ? ਹਾਂਜੀ ਹਾਂਜੀ। ਤੇ ਫਿਰ ਮਨ ਦੇ ਵਿੱਚ ਧਾਰਿਆ ਕਿ ਕੁਝ ਕਰਨਾ ਹੈ, ਸਮਾਜ ਲਈ ਕੁਝ ਕਰਨਾ ਹੈ। ਤੇ ਸਮਾਜ ਲਈ ਬਿਹਤਰ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਕੰਸਨਟਰੇਟ ਕਰੀਏ ਜਿਹੜੀਆਂ ਉਹਨਾਂ ਦੀਆਂ ਬੇਸਿਕਸ ਨੀਡਸ ਹੈਗੀਆਂ। ਬਿਲਕੁਲ। ਐਜੂਕੇਸ਼ਨ ਹੋ ਗਿਆ, ਮੈਡੀਕਲ ਹੋ ਗਿਆ, ਜਾਂ ਰੋਟੀ ਕੱਪੜਾ ਜਾਂ ਕਹਿ ਲਓ ਮਕਾਨ ਹੋ ਗਿਆ। ਤੇ ਜਿੰਨੀ ਕੁ ਸਮਰੱਥਾ ਵਾਹਿਗੁਰੂ ਨੇ ਬਖਸ਼ੀ ਹੈ ਉਹਦੇ ਮੁਤਾਬਕ ਮੇਰੀ ਕੋਸ਼ਿਸ਼ ਇਹ ਸੀ ਕਿ, ਔਰ ਮੇਰੀ ਸੋਚ ਵੀ ਇਹ ਹੈ ਕਿ ਜਦੋਂ ਇੱਕ ਲੜਕਾ ਪਰਿਵਾਰ ਪੜ੍ਹਦਾ, ਇੱਕ ਮੇਲ ਪੜ੍ਹਦਾ ਹੈ, ਤਾਂ ਇੱਕ ਪਰਿਵਾਰ ਨੂੰ ਜਾਂ ਕਹਿ ਲਓ ਕਿ ਸਮਾਜ ਦੇ ਇੱਕ ਹਿੱਸੇ ਨੂੰ ਸਿੱਖਿਅਤ ਕਰ ਸਕਦਾ। ਠੀਕ ਹੈ ਜੀ। ਤੇ ਜਦੋਂ ਬੇਟੀ ਪੜ੍ਹਦੀ ਹੈ, ਉਹ ਦੋਵਾਂ ਪਰਿਵਾਰਾਂ ਨੂੰ, ਇੱਕ ਉਹਦਾ ਪੇਕਾ ਪਰਿਵਾਰ ਤੇ ਇੱਕ ਉਹਦਾ ਸਹੁਰਾ ਪਰਿਵਾਰ, ਉਹ ਦੋਨਾਂ ਨੂੰ ਸਿੱਖਿਅਤ ਕਰਦੀ ਹੈ, ਤੇ ਆਪਣੀ ਆਉਣ ਵਾਲੀ ਜਿਹੜੀ ਉਹਦੀ ਜਨਰੇਸ਼ਨ ਹੈ, ਜਿਹੜੇ ਉਹਦੇ ਬੱਚੇ ਹੈ, ਤੇ ਉਹਨੂੰ ਵੀ ਜੋ ਹੈ ਉਹ ਸਿੱਖਿਅਤ ਕਰਦੀ ਹੈ। ਜੇ ਮਾਂ ਪੜ੍ਹੀ ਲਿਖੀ ਹੈ, ਮਾਂ ਪਹਿਲਾ ਸਕੂਲ ਹੈ ਘਰ ਦੇ ਵਿੱਚ, ਜੇ ਮਾਂ ਪੜ੍ਹੀ ਲਿਖੀ ਹੈ ਤੇ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਪੜ੍ਹਿਆ ਲਿਖਿਆ ਹੋਊਗਾ। ਬਿਲਕੁਲ ਜੀ। ਜੀ। ਉਹੀ ਸਾਡੀ ਬੇਸਮੈਂਟ ਜਾਂ ਬੇਸ ਵਧੀਆ ਹੋਊਗਾ ਤੇ ਸਾਡੀ ਨੀਂਹ ਵਧੀਆ ਹੋਊਗੀ ਜੀ, ਤੇ ਇਮਾਰਤ ਵੀ ਆਪੀ ਵਧੀਆ ਹੋਊਗੀ। ਬਿਲਕੁਲ ਜੀ। ਸਰਾਂ ਜੀ, ਤੁਸੀਂ ਕਿਸ ਸੰਸਥਾ ਦੇ ਨਾਲ ਜੁੜੇ ਹੋਏ ਹੋ, ਜਾਂ ਕਿਹੜੀ ਸੰਸਥਾ ਜਾਂ ਕਿਹੜੇ ਦੋਸਤ ਸੱਜਣ ਮਿੱਤਰ ਤੁਹਾਡੇ ਨਾਲ ਜੁੜੇ ਹੋਏ ਹਨ? ਸੰਸਥਾਵਾਂ ਦੀ ਗੱਲ ਕਰੀਏ ਤੇ ਪਹਿਲਾਂ ਇਹ ਸਫ਼ਰ, ਜਿੱਦਾਂ ਇੱਕ ਕਹਾਵਤ ਹੈ ਕਿ ਅਕੇਲੇ ਹੀ ਚਲੇ ਥੇ ਜਾਨਵੇ ਮੰਜ਼ਿਲ, ਲੋਕ ਸਾਥ ਆਤੇ ਗਏ ਔਰ ਕਾਫਿਲਾ ਬਣਤਾ ਗਿਆ। ਸਭ ਤੋਂ ਪਹਿਲਾਂ ਮੇਰੀ ਕੰਸਨਟ੍ਰੇਸ਼ਨ ਜੋ ਇਹ ਸੀ ਗਰੀਬ ਬੱਚਿਆਂ ਦੇ ਉੱਤੇ, ਕਿ ਜੋ ਜਿਨ੍ਹਾਂ ਦੇ ਮਾਪੇ ਆਪਣੇ ਆਪ ਦੇ ਵਿੱਚ ਸਮਰਥ ਨਹੀਂ ਹੈ, ਧੀਆਂ ਜਿਹੜੀਆਂ ਵਿਆਹੁਣ ਵਾਲੀਆਂ,
ਉਹ ਉਸ ਪਾਸੇ ਜਾਣ ਦਾ ਮੇਰਾ ਮਨ ਸੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਅਸੀਂ ਉਹਨਾਂ ਦਾ ਹੱਥ ਫੜ ਸਕੀਏ। ਠੀਕ ਹੈ। ਤੇ ਉਹਦੇ ਤਹਿਤ ਅੱਜ ਤੱਕ ਜੋ ਹੈ ਮਤਲਬ ਜੋ ਮੇਰੇ ਆંકੜੇ ਹੈਗੇ ਆ ਜੋ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਕੀਤਾ, ਉਹ 12 ਕੁੜੀਆਂ ਦੇ ਵਿਆਹ ਜੋ ਗਰੀਬ ਬੱਚੀਆਂ ਬਹੁਤ ਵਧੀਆ ਕਾਰਜ ਹੈ ਜੀ। ਹਾਂਜੀ, ਹੁਣ ਤੱਕ ਆਪਾਂ ਕਰ ਚੁੱਕੇ ਹਾਂ ਤੇ ਅੱਗੇ ਵੀ ਵਾਹਿਗੁਰੂ ਸਮਰਥ ਬਖਸ਼ੇ ਤੇ ਆਪਾਂ ਜੋ ਹੈ ਉਹ ਅੱਗੇ ਵੀ ਕਾਰਜ ਇਹ ਜਾਰੀ ਰੱਖੇ ਹੋਏ ਆ। ਐਜੂਕੇਸ਼ਨ ਦੀ ਜੇ ਗੱਲ ਕਰੀਏ ਤਾਂ ਮੇਰੀ ਆਲਮੋਸਟ ਅਸੀਂ ਹਰ ਸੈਸ਼ਨ ਤੇ ਮੇਰੀਆਂ ਪੋਸਟਾਂ ਸ਼ੇਅਰ ਹੁੰਦੀਆਂ ਕਿ ਜਿਹੜੇ ਗਰੀਬ ਬੱਚੇ, ਠੀਕ ਹੈ ਜੀ, ਜੋ ਲੋਕ ਫੀਸ ਨਹੀਂ ਦੇ ਸਕਦੇ, ਜਿਨ੍ਹਾਂ ਨੂੰ ਕੋਲ ਡਰੈਸਿਸ ਨਹੀਂ ਹੈਗੀਆਂ, ਜਿਨ੍ਹਾਂ ਕੋਲ ਬੁੱਕਸ ਨਹੀਂ ਹੈਗੀਆਂ, ਉਹ ਮੈਂ ਆਪਣੇ ਨੰਬਰ ਫਲੈਸ਼ ਕੀਤੇ ਹੋਏ ਆ, ਉਹ ਮੈਨੂੰ ਉੱਤੇ ਰابطਾ ਕਾਇਮ ਕਰ ਸਕਦੇ ਆ। ਪਹਿਲੀ ਤੋਂ ਲੈ ਕੇ 12ਵੀਂ ਤੱਕ ਧੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਲਈ ਬੁੱਕਸ ਫ੍ਰੀ ਹੈ, ਉਹ ਸਾਡੇ ਨਾਲ ਰਾਬਤਾ ਕਰ ਸਕਦੇ, ਸਾਡੀ ਸੁਸਾਇਟੀ ਨਾਲ ਰਾਬਤਾ ਕਰ ਸਕਦੇ ਆ। ਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸੁਸਾਇਟੀ ਦੀ, ਸੁਸਾਇਟੀਆਂ ਦੇ ਵਿੱਚ ਕਈ ਧਾਰਮਿਕ ਸੁਸਾਇਟੀਆਂ ਤੇ ਸਮਾਜਿਕ ਸੁਸਾਇਟੀਆਂ ਦੇ ਨਾਲ ਅਸੀਂ ਜੁੜੇ ਹੋਏ ਹਾਂ। ਧਾਰਮਿਕ ਸੁਸਾਇਟੀਆਂ ਦੇ ਵਿੱਚ ਅਕਾਲ ਸੇਵਕ ਸੁਸਾਇਟੀ ਦਤਾਰ ਨਗਰ ਵੱਲੋਂ ਬਹੁਤ ਹੀ ਧਾਰਮਿਕ ਉਪਰਾਲੇ ਔਰ ਸਮਾਜਿਕ ਉਪਰਾਲੇ ਸੁਸਾਇਟੀ ਵੱਲੋਂ ਕੀਤੇ ਜਾਂਦੇ ਆ। ਉਹਦਾ ਵੀ ਮੈਂ ਮਾਣ ਮਹਿਸੂਸ ਕਰਦਾ ਕਿ ਮੈਂ ਉਸ ਸੰਸਥਾ ਦਾ ਹਿੱਸਾ ਹਾਂ। ਔਰ ਉੱਥੇ ਸਾਡੇ ਵੀਰਾਂ ਦੀ ਪੂਰੀ ਟੀਮ ਹੈ, ਨੌਜਵਾਨ ਵੀਰ ਹੈ ਸਭ, ਔਰ ਇੱਕ ਦੂਸਰੇ ਦਾ ਸਹਿਯੋਗ ਕਰਦੇ ਆ ਔਰ ਇੱਕ ਦੂਜੇ ਤੋਂ ਵੱਧ ਕੇ ਸਹਿਯੋਗ ਕਰਦੇ ਆ। ਬਹੁਤ ਵਧੀਆ ਜੀ, ਬਿਨਾਂ ਸਹਿਯੋਗ ਤੋਂ ਕੁਝ ਹੋ ਵੀ ਨਹੀਂ ਸਕਦਾ ਜੀ ਬਿਲਕੁਲ। ਤੇ ਜਿੱਦਾਂ ਪਿੱਛੇ ਜੇ ਲੋਕਡਾਊਨ ਸੀਗਾ ਜੀ, ਬਹੁਤ ਬੁਰੇ ਹਾਲਾਤ ਸੀਗੇ ਤੇ ਤੁਹਾਡੀ ਕਿਸੇ ਸੰਸਥਾ ਨੇ ਕਿਸੇ ਜ਼ਰੂਰਤਮੰਦ ਦੀ ਹੈਲਪ ਕੀਤੀ? ਜੀ ਬਿਲਕੁਲ, ਬਹੁਤ ਵਧੀਆ। ਪਿਛਲੇ ਦਿਨੋਂ ਜਦੋਂ ਲੋਕਡਾਊਨ ਇਹ ਲਾਗੂ ਹੀ ਹੋਇਆ ਤੇ ਸਾਡੇ ਇੱਥੇ ADCP 1 ਮੈਡਮ ਹੁਣ SSP ਸਾਹਿਬ ਮੁਕਤਸਰ ਸਾਹਿਬ ਬਣੇ ਹੋਏ ਆ ਸੁਦਰਵੀਜੀ ਜੀ, ਉਹਨਾਂ ਦੀ ਕਾਲ ਆਉਂਦੀ ਹੈ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਤਰੀਕੇ ਦੇ ਨਾਲ ਏਰੀਏ ਦੇ ਵਿੱਚ ਜੋ ਬਹੁਤਾ ਗਰੀਬ ਤਬਕਾ ਹੈ, ਜੋ ਹੈਂਡ ਟੂ ਮਾਊਥ ਹੈ, ਜੋ ਡੇਲੀ ਸਵੇਰੇ ਅਰਨਿੰਗ ਜਾਂਦੇ ਆ, ਸ਼ਾਮ ਨੂੰ ਆ ਕੇ ਉਹ ਆਪਣਾ ਰੋਟੀ 2 ਜੂਨ ਦੀ ਖਾਂਦੇ ਆ, ਉਹਨਾਂ ਨੂੰ ਜੋ ਹੈ ਬੜੀ ਮੁਸ਼ਕਿਲ ਆ ਰਹੀ ਹੈ ਉਸ ਚੀਜ਼ ਦੇ ਨਾਲ। ਠੀਕ ਹੈ। ਕਿਉਂਕਿ ਉਹਨਾਂ ਦਾ ਕੰਮਕਾਜ ਬੰਦ ਹੋ ਚੁੱਕਾ ਸੀ। ਹਾਂਜੀ। ਫਿਰ ਸਾਡੀ ਸੁਸਾਇਟੀ ਨੇ ਵੀ ਉੱਥੇ ਬੀੜਾ ਚੁੱਕਿਆ ਤੇ ਤੁਹਾਡੇ ਵਰਗੇ ਵੀਰਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਔਰ ਏਰੀਏ ਦੇ ਵਿੱਚ ਇੱਕ ਬੜਾ ਪ੍ਰਤਿਸ਼ਠਿਤ ਸਾਡੇ ਗੁਰਦੁਆਰਾ ਸਾਹਿਬ ਚਾਹ ਵਾਲੇ ਸੰਤਾਂ ਦਾ ਗੁਰਦੁਆਰਾ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਲੋਕਡਾਊਨ ਦੇ ਜਿਹੜੇ ਸ਼ੁਰੂਆਤੀ 2 ਜਾਂ 3 ਮਹੀਨੇ ਸੀ, ਠੀਕ ਹੈ ਜੀ, ਉਹਦੇ ਵਿੱਚ ਜੋ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਉਹਨਾਂ ਲੋਕਾਂ ਤੱਕ ਅਪਰੋਚ ਕੀਤੀ। ਉਹਨਾਂ ਨੂੰ 2 ਜੂਨ ਦੀ ਜਿੰਨਾ ਵੀ ਅਸੀਂ ਦੇ ਸਕਦੇ ਸੀ, ਉਹ ਗੁਰਦੁਆਰਾ ਸਾਹਿਬ ਦੇ ਸਹਿਯੋਗ ਦੇ ਨਾਲ, ਆਪਣੇ ਪਰਸਨਲ ਸਹਿਯੋਗ ਦੇ ਨਾਲ, ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਉੱਥੋਂ ਤੱਕ ਪਹੁੰਚਦਾ ਕੀਤਾ ਰਾਸ਼ਨ ਉਹਨਾਂ ਤੱਕ। ਇੰਨਾ ਵਧੀਆ ਕਾਰਜ ਕਰਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੋਣੀ। ਦੇਖੋ ਜੀ, ਖੁਸ਼ੀ ਬਿਲਕੁਲ ਮਿਲਦੀ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ, ਲੇਕਿਨ ਮਨ ਦੇ ਵਿੱਚ ਇੱਕ ਟੀਸ ਫਿਰ ਵੀ ਉੱਠਦੀ ਹੈ ਕਿ ਉਹ ਜਗ੍ਹਾਵਾਂ ਜਾਂ ਉਹ ਲੋਕ ਜਿਨ੍ਹਾਂ ਤੱਕ ਅਸੀਂ ਨਹੀਂ ਅਪਰੋਚ ਕਰ ਪਾਏ, ਹਾਂਜੀ, ਜਾਂ ਜਿਹੜੇ ਲੋਕ ਭੁੱਖ ਦੇ ਨਾਲ ਆਪਣੀ ਜਾਨ ਗਵਾ ਗਏ, ਜਾਂ ਜਿਹੜੇ ਲੋਕ ਮਤਲਬ ਇਸ ਮਹਾਮਾਰੀ ਦੌਰਾਨ ਆਪਣਾ ਆਪ ਗਵਾ ਬੈਠੇ ਆ, ਜਿਨ੍ਹਾਂ ਦੇ ਟੱਬਰ, ਜਿਨ੍ਹਾਂ ਦੇ ਮੋਹਤਵਾਰ ਇਸ ਬਿਮਾਰੀ 'ਚ ਚਲੇ ਗਏ ਆ, ਬਹੁਤ ਮਾੜਾ ਟਾਈਮ ਰਿਹਾ ਜੀ, ਬਹੁਤ ਮਾੜਾ ਟਾਈਮ, ਉਹਨਾਂ ਲਈ ਵੀ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਇੱਕ ਭਾਵਨਾ ਆਉਂਦੀ ਹੈ ਕਿ ਕਾਸ਼ ਅਸੀਂ ਉਹਨਾਂ ਲਈ ਵੀ ਕੁਝ ਕਰ ਪਾਉਂਦੇ ਤੇ ਪ੍ਰਮਾਤਮਾ ਹੋਰ ਸਾਨੂੰ ਸਮਰਥ ਬਖਸ਼ੇ, ਇਸ ਲਾਇਕ ਬਣਾਵੇ ਤੇ ਅਸੀਂ ਹੋਰ ਕੁਝ ਵਧੀਆ ਕਰ ਸਕੀਏ। ਸਰਾਂ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਜਿੱਦਾਂ ਕਿ ਸੇਵਾ ਕਰਨਾ ਕੋਈ ਸੌਖਾ ਕਾਰਜ ਨਹੀਂ ਹੈ ਜੀ। ਅੱਜ ਕੱਲ੍ਹ ਪੰਜਾਬ ਵਿੱਚ ਬਹੁਤ ਹੀ ਵਧੀਆ ਸਮਾਜ ਸੰਸਥਾਵਾਂ, ਸਮਾਜਿਕ ਜਿਹੜੇ ਕੰਮਕਾਰ ਬਹੁਤ ਵਧੀਆ ਤਰੀਕੇ ਨਾਲ ਕਰ ਰਹੀਆਂ ਨੇ, ਪਰ ਫਿਰ ਵੀ ਕਈ ਲੋਕ ਉਹਨਾਂ ਨੂੰ ਬੜੇ ਹੀ ਗਲਤ ਤਰੀਕੇ ਨਾਲ ਕ੍ਰਿਟੀਸਾਈਜ਼ ਕਰ ਰਹੇ ਆ ਕਿ ਉਹ ਮਨੀ ਦਾ, ਪੈਸੇ ਦਾ ਬਹੁਤ ਗਲਤ ਫਾਇਦਾ ਉਠਾ ਰਹੇ ਆ। ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਵੀਰ, ਬਹੁਤ ਵਧੀਆ ਕੁਐਸਚਨ ਤੁਸੀਂ ਪੁੱਟ ਅਪ ਕੀਤਾ ਔਰ ਵਾਕਈ ਇਹ ਗੱਲ ਜਿਹੜੀ ਹੈ ਆਮ, ਕਿਉਂਕਿ ਹੋਈ ਪਈ ਹੈ ਕਿ ਲੋਕ ਜਿਹੜੇ ਕੁਝ ਸਮਾਜ ਸੇਵੀ ਹੈ ਜਾਂ ਕਹਿ ਲਓ ਕਿ ਜਿਹੜੇ NGO ਕੁਝ ਕੰਮ ਕਰ ਰਹੇ ਆ, ਉਹਨਾਂ ਦੇ ਉੱਤੇ ਬਲੇਮ ਲੱਗਦੇ ਆ ਜੀ, ਇੱਦਾਂ ਕਰਦੇ ਆ, ਦਿਖਾਉਂਦੇ ਕੁਛ ਹੈ, ਕਰਦੇ ਕੁਛ ਹੈ। ਤੇ ਮੈਂ ਉਹਨਾਂ ਸਾਰੇ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਇੱਕ ਮੱਖੀ ਜੋ ਹੈ, ਠੀਕ ਹੈ, ਸਾਰਾ ਸੋਹਣਾ ਸਰੀਰ ਛੱਡ ਕੇ ਸਿਰਫ ਉਹ ਜ਼ਖਮ ਤੇ ਬੈਠਦੀ ਹੈ। ਬਿਲਕੁਲ। ਤੇ ਮੇਰੇ ਉਹਨਾਂ ਕ੍ਰਿਟਿਸਿਜ਼ਮ ਕਰਨ ਵਾਲੇ ਲੋਕਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਜੋ ਲੋਕ, ਜੋ ਵੀਰ ਉਪਰਾਲੇ ਕਰ ਰਹੇ ਆ, ਠੀਕ ਹੈ, ਬਜਾਏ ਇਹਦੇ ਕਿ ਉਹਨੂੰ ਕ੍ਰਿਟਿਸਾਈਜ਼ ਕਰੀਏ ਜਾਂ ਉਹਨਾਂ ਦੇ ਬਾਰੇ ਦੱਸੀਏ ਕਿ ਤੁਸੀਂ ਇੱਥੇ ਗਲਤ ਆ ਜਾਂ ਇੱਥੇ ਸਹੀ ਹੈ, ਕਿਉਂਕਿ ਹਰੇਕ ਇਨਸਾਨ ਕਿਤੇ ਨਾ ਕਿਤੇ ਗਲਤੀਆਂ ਦਾ ਪੁਤਲਾ ਹੈਗਾ, ਇਨਸਾਨ ਗਲਤੀ ਦਾ ਪੁਤਲਾ, ਕਿਉਂਕਿ ਜਦੋਂ ਉਹ ਗਲਤੀ ਨਹੀਂ ਕਰੂਗਾ ਫਿਰ ਤਾਂ ਰੱਬ ਬਣ ਗਿਆ। ਬਿਲਕੁਲ ਜੀ, ਠੀਕ ਹੈ। ਐਡੇ ਵੱਡੇ ਸਮਾਜ ਦੇ ਵਿੱਚ, ਐਡੀ ਵੱਡੀ ਦੁਨੀਆ ਦੇ ਵਿੱਚ ਜੇ ਪ੍ਰਮਾਤਮਾ ਨੇ ਕਿਸੇ ਦੀ ਡਿਊਟੀ ਲਾਈ ਹੈ ਕਿ ਉਹ ਕਿਸੇ ਦਾ ਭਲਾ ਕਰ ਸਕੇ, ਠੀਕ ਹੈ, ਆਪਣੇ
ਹੁੰਦੇ ਸੁਣਦੇ, ਕਿਉਂਕਿ ਇਹਦੇ ਲਈ ਵੀ ਬੜਾ ਜਿਗਰਾ ਚਾਹੀਦਾ। ਹਾਂਜੀ ਹਾਂਜੀ ਠੀਕ ਹੈ ਜੀ, ਕਿਉਂਕਿ ਸਮਾਜ ਦੇ ਵਿੱਚ ਜਦੋਂ ਅਸੀਂ ਸਮਾਜ ਭਲਾਈ ਕਰਨ ਨਿਕਲਦੇ ਹਾਂ ਤੇ 10 ਬੰਦੇ ਚੰਗਾ ਵੀ ਕਹਿਣਗੇ ਤੇ 10 ਮਾੜਾ ਵੀ ਕਹਿਣਗੇ। ਠੀਕ ਹੈ ਜੀ। ਉਹ ਹੌਸਲਾ ਜਿਹੜਾ ਆ, ਮੇਰੇ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਉਹ ਹੌਸਲਾ ਬਣਾਈ ਰੱਖਣ, ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਜੋ ਵੀ ਕੰਟਰੀਬਿਊਸ਼ਨ ਕਰਨੀ ਹੈ ਕਿਸੇ ਦੀ ਨਾ, ਉਹ ਆਪਣੇ ਲੈਵਲ 'ਤੇ ਕਰਾਂ। ਕਿਉਂਕਿ ਜਦੋਂ ਅਸੀਂ ਕਿਸੇ ਦੇ ਕੋਲੋਂ ਅਸੀਂ ਆਸ ਰੱਖਦੇ ਹਾਂ, ਜੇ ਕੋਈ ਰੁਪਈਆ ਵੀ ਕੰਟਰੀਬਿਊਟ ਕਰਦਾ ਤੇ ਉਹ ਆਪਣੇ ਆਪ ਨੂੰ ਹੱਕਦਾਰ ਸਮਝਦਾ ਹੈ ਕਿ ਮੈਂ ਜੇ ਕਿਸੇ ਦੇ ਕੋਲ ਇੰਨੀ ਅਮਾਊਂਟ ਇਕੱਠੀ ਹੋਈ ਆ ਕਿਉਂਕਿ ਮੈਂ ਕੰਟਰੀਬਿਊਟ ਕੀਤਾ ਤੇ ਮੈਂ ਉਹਦਾ ਹਿਸਾਬ ਕਿਤਾਬ ਇਹਨਾਂ ਤੋਂ ਮੰਗਾ। ਬਿਲਕੁਲ। ਕਰਨ ਦੇ ਨਾਂ 'ਤੇ ਦੇਖੋ, ਅਰਦਾਸ ਦੇ ਵਿੱਚ ਵੀ ਆਉਂਦੀ ਹੈ ਗੱਲ, ਆਪਾਂ ਜਦੋਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ, ਕਿ ਹਰੇਕ ਬੰਦਾ ਹਰੇਕ ਕੰਮ ਨਹੀਂ ਕਰ ਸਕਦਾ। ਠੀਕ ਹੈ ਜੀ। ਕਈ ਲੋਕ ਫਿਜ਼ੀਕਲੀ ਕੰਮ ਕਰਦੇ ਆ, ਬਿਲਕੁਲ, ਤੇ ਕਈ ਫਾਈਨੈਂਸ਼ੀਅਲੀ ਕੰਮ ਕਰਦੇ ਆ। ਹਾਂਜੀ। ਜਿਨ੍ਹਾਂ ਦੇ ਕੋਲ ਪੈਸਾ ਆ ਉਹ ਟਾਈਮ ਨਹੀਂ ਦੇ ਪਾਉਂਦੇ, ਜਿਨ੍ਹਾਂ ਕੋਲ ਟਾਈਮ ਹੈ ਉਹ ਕਈ ਵਾਰੀ ਫਿਜ਼ੀਕਲੀ ਪ੍ਰੈਜ਼ੈਂਟ ਨਹੀਂ ਹੋ ਪਾਉਂਦੇ। ਤੇ ਇਸ ਕਰਕੇ ਉਹ ਜਿਹੜੇ ਮੇਰੇ ਵੀਰ ਲੱਗੇ ਹੋਏ ਆ, ਉਹਨਾਂ ਨੂੰ ਫਿਰ ਹੱਥ ਜੋੜ ਕੇ ਰਿਕੁਐਸਟ ਹੈ ਕਿ ਤੁਸੀਂ ਆਪਣੇ ਟੀਚੇ ਵੱਲ ਵੱਧਦੇ ਰਹੋ, ਇੱਦਾਂ ਹੀ ਗਰੀਬਾਂ ਦੀਆਂ ਬਾਹਾਂ ਫੜਦੇ ਰਹੋ। ਬੋਲਣ ਵਾਲਿਆਂ ਨੇ ਬੋਲੀ ਜਾਣਾ, ਕਿਉਂਕਿ ਹਰ ਕਿਸੇ ਨੂੰ ਅਸੀਂ ਜੋ ਹੈ ਹਰ ਕਿਸੇ ਗੱਲ ਦਾ ਜੇ ਜਵਾਬ ਦੇਵਾਂਗੇ ਤੇ ਅਸੀਂ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਪਾਵਾਂਗੇ। ਠੀਕ ਹੈ ਜੀ। ਮੇਰੀ ਇਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਮਨ ਲਗਾ ਕੇ ਮਿਹਨਤ ਕਰੋ। ਹਰ ਇੱਕ ਕਿਸੇ ਦੀ ਜਿੱਥੇ ਕਿਤੇ ਅਪਰੋਚ ਹੋ ਸਕਦੀ ਹੈ, ਕਿਸੇ ਗਰੀਬ ਦੀ ਅਸੀਂ ਬਾਂਹ ਫੜ ਸਕਦੇ ਹਾਂ, ਕਿਸੇ ਗਰੀਬ ਨੂੰ 2 ਰੋਟੀਆਂ ਆਪਾਂ ਦੇ ਸਕਦੇ ਹਾਂ, ਉਹਨੂੰ ਬਜਾਏ ਫਾਈਨੈਂਸ਼ਲੀ ਜਾਂ ਇੱਦਾਂ ਦੀ ਅਪਰੋਚ ਕਰਨ ਦੇ ਕੋਸ਼ਿਸ਼ ਕਰੋ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਆਪਾਂ ਹੁਨਰਮੰਦ ਕਰ ਪਾਈਏ। ਕੋਈ ਉਹਨੂੰ ਟੈਕਨੀਕ ਇੱਦਾਂ ਦੀ ਆਪਾਂ ਸਿਖਾ ਪਾਈਏ, ਕੋਈ ਇੱਦਾਂ ਦਾ ਕਰਤੱਵ ਉਹਨੂੰ ਦਈਏ ਤਾਂ ਕਿ ਉਹ 2 ਦਿਨ 4 ਦਿਨ ਜਾਂ 10 ਦਿਨ ਸਾਡੇ ਉੱਪਰ ਨਾ ਰਹਿ ਕੇ ਉਹ ਆਪਣਾ ਕਿੱਤਾ ਸ਼ੁਰੂ ਕਰੇ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਬਤੀਤ ਕਰੇ। ਤੇ ਸਰਾਜ ਜੀ, ਤੁਸੀਂ ਹੁਣ ਤੱਕ ਜਿੱਦਾਂ ਦੱਸਿਆ ਕਿ ਤਕਰੀਬਨ 12 ਦੇ ਆਸ-ਪਾਸ ਜੋ ਬੇਟੀਆਂ ਉਹਨਾਂ ਦਾ ਵਿਆਹ ਦੇ ਕਾਰਜ ਪੂਰੇ ਕਰ ਚੁੱਕੇ ਹੋ ਜੀ। ਬਿਲਕੁਲ। ਤੇ ਇਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਬੁੱਕਸ, ਨੀਡੀ ਬੱਚਿਆਂ ਨੂੰ ਜਾਂ ਲਾਕਡਾਊਨ ਦੇ ਵਿੱਚ ਲੰਗਰ ਵੀ ਲਗਾਏ ਹੋਏ ਆ। ਜੀ ਬਿਲਕੁਲ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਕਾਰਜ ਕੀਤੇ ਨੇ ਸਮਾਜ ਸੇਵੀ ਦੇ? ਅੱਜ ਮੇਰੇ ਵੀਰ ਤੁਸੀਂ ਆਏ ਆ, ਫਿਰ ਬਹੁਤ ਧੰਨਵਾਦ ਤੁਹਾਡਾ, ਪੰਜਾਬੀ ਸਟੂਡੀਓ ਦੀ ਸਾਰੀ ਟੀਮ ਦਾ। ਕਾਰਜ ਦੇਖੋ, ਕਾਰਜ ਤੇ ਵਾਹਿਗੁਰੂ ਤੇ ਇਹ ਕਹਿੰਦੇ ਆ ਕਿ ਕਾਰਜ ਜੇ ਸੱਜੇ ਹੱਥ ਨਾ ਕਰੋ ਤਾਂ ਖੱਬੇ ਹੱਥ ਨੂੰ ਪਤਾ ਲੱਗਣਾ ਚਾਹੀਦਾ। ਠੀਕ ਹੈ ਨਾ। ਹਾਂਜੀ। ਤੇ ਬਾਕੀ ਅੰਦਰ ਖਾਤੇ ਬਹੁਤ ਕੋਸ਼ਿਸ਼ ਕਰੀਦੀ ਹੈ, ਵੀਰਾਂ ਦਾ ਸਹਿਯੋਗ ਵੀ, ਕਈ ਵਾਰੀ ਬਾਹਰੋਂ ਵੀ ਵੀਰਾਂ ਦਾ ਫੋਨ ਆਉਂਦਾ ਕਿ ਭਾਜੀ ਡਿਊਟੀ ਲਾਓ ਕਿਤੇ, ਦੱਸੋ ਕਿੱਥੇ ਕੀ ਕਰਨਾ। ਤੇ ਇੱਦਾਂ ਬਹੁਤ ਸਾਰੇ ਮਰੀਜ਼ ਜੋ ਹੈਗੇ ਆ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਜ਼ਿਆਦਾ ਵੀਕ ਹੈ, ਜਿਨ੍ਹਾਂ ਨੂੰ ਲਗਭਗ ਮੰਥਲੀ ਕਹਿ ਲਓ ਕਿ ਵੀਕਲੀ ਡਾਇਲਿਸਿਸ ਜਿਨ੍ਹਾਂ ਦਾ ਹੁੰਦਾ ਆ, ਕੁਛ ਇੱਦਾਂ ਦੀਆਂ ਕਿਡਨੀ ਦੀ ਪ੍ਰੋਬਲਮ ਹੈ ਜਾਂ ਕੈਂਸਰਸ ਤੋਂ ਰਿਲੇਟਡ ਹੈ, ਬਹੁਤ ਸੀਰੀਅਸ ਪੇਸ਼ੈਂਟਸ ਵੀ ਹੈਗੇ ਆ। ਤੇ ਉਹਨਾਂ ਤੱਕ ਕੋਸ਼ਿਸ਼ ਕਰੀਦੀ ਹੈ ਅਸੀਂ ਕਿ ਮੈਡੀਸਨ ਜੋ ਹੈ ਉਹਨਾਂ ਤੱਕ ਅਪਰੋਚ ਕਰਾ ਪਾਈਏ। ਬਹੁਤ ਵਧੀਆ ਜੀ। ਜਾਂ ਜਿਹੜੇ ਬਾਹਰ ਵੀਰ ਬੈਠੇ ਉਹਨਾਂ ਨੂੰ ਡਾਇਰੈਕਟ ਉਹਨਾਂ ਦਾ ਨੰਬਰ ਦੇਈਦਾ ਕਿ ਭਾਈ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰੋ, ਜਾਂ ਇੱਕ ਸੰਬੰਧਿਤ ਸੰਸਥਾ ਆ ਉਹਦੇ ਨਾਲ ਰਾਬਤਾ ਕਾਇਮ ਕਰੋ, ਤਾਂ ਕਿ ਜੋ ਹੈ, ਕਿਉਂਕਿ ਜਦੋਂ ਅਸੀਂ ਕੈਸ਼ ਦੇ ਵਿੱਚ ਚਲੇ ਜਾਂਦੇ ਹਾਂ, ਕੋਈ ਬੰਦਾ ਭੇਜਦਾ ਸਾਨੂੰ ਤੇ ਉਹਦਾ ਫਿਰ ਹਰ ਥਾਂ ਬਿਲਕੁਲ ਮਤਲਬ ਹਿਸਾਬ ਕਿਤਾਬ ਹੀ ਰੱਖਣਾ ਪੈਂਦਾ। ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਡੋਨਰ ਜਿਹੜਾ ਦੇਣ ਵਾਲਾ ਤੇ ਜਿਹੜਾ ਰਿਸੀਵਰ ਹੈ ਲੈਣ ਵਾਲਾ, ਉਹ ਆਮਣੇ ਸਾਹਮਣੇ ਆਪਸ ਦੇ ਵਿੱਚ ਅਟੈਚ ਹੋ ਜਾਣ। ਬਿਲਕੁਲ ਬਿਲਕੁਲ। ਕਿਉਂਕਿ ਸਾਡਾ ਰੋਲ ਉਹਨਾਂ ਨੂੰ ਮਿਲਾਉਣ ਤੱਕ ਹੀ ਹੈ ਤੇ ਅੱਗੇ ਵਾਹਿਗੁਰੂ ਮਿਹਰ ਕਰਦਾ ਹੈ ਤੇ ਉਹ ਸਭ ਕੁਝ ਠੀਕ ਠਾਕ ਹੁੰਦਾ ਹੈ। ਸਰਾਜ ਜੀ, ਜਿੱਦਾਂ ਕਿ ਤੁਸੀਂ ਇੱਕ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਹੋ ਜੀ, ਆਪਣਾ ਸਮਾਜ ਅੱਜ ਕਿੱਧਰ ਦੀ ਕਿੱਧਰ ਤੁਰਿਆ ਜਾ ਰਿਹਾ? ਰੇਪ ਹੋ ਰਹੇ ਨੇ, ਮੁੰਡੇ ਨਸ਼ਿਆਂ ਵੱਲ ਜਾ ਰਹੇ ਨੇ, ਇਹਦੇ ਲਈ ਤੁਹਾਡਾ ਕੀ ਵਿਚਾਰ ਹੈ? ਰਤੂ ਸਾਹਿਬ, ਇਹ ਤਾਂ ਅੱਜ ਦਾ ਬਿਲਕੁਲ ਜਵਲੰਤ ਮੁੱਦਾ ਆ। ਜਿੱਦਾਂ ਦੇ ਹਾਲਾਤ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜੋ ਹੈ ਦੇਸ਼ ਵਿੱਚ ਬਣ ਰਹੇ ਆ, ਛੋਟੀ ਬੱਚੀਆਂ ਨਾਲ, ਤੁਸੀਂ ਯਕੀਨ ਮੰਨ ਕੇ ਜਾਣਿਓ ਕਿ 2 ਸਾਲ ਪਹਿਲਾਂ ਇੱਥੇ ਆਪਣੇ ਗੁਆਂਢ ਦੇ ਵਿੱਚ ਵੀ ਘਟਨਾ ਵਾਪਰੀ ਸੀ। ਇੱਕ 5 ਸਾਲ ਦੀ ਬੱਚੀ ਦੇ ਨਾਲ ਮਤਲਬ ਜਬਰ ਜਨਾਹ ਹੋਇਆ। ਅੱਛਾ। ਤੇ ਔਰ ਉਹਦੇ ਉੱਤੇ ਜੋ ਹੈ ਜਨਤਾ ਨੇ ਤੁਰੰਤ ਰਿਐਕਸ਼ਨ ਦਿੱਤਾ ਤੇ ਉਹ ਜਿਹੜਾ ਅਪਰਾਧੀ ਸੀ, ਇਹ ਕਰਮ ਕਰਨ ਵਾਲਾ, ਉਹਦੀ ਸਜ਼ਾ ਜਿਹੜੀ ਹੈ ਐਟ ਏ ਸਪੌਟ ਹੀ ਮਿਲ ਗਈ। ਲੋਕਾਂ ਨੇ ਉਹਨੂੰ ਜੋ ਹੈ ਕੁੱਟ ਕੇ ਉੱਥੇ ਹੀ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾ ਦਿੱਤਾ। ਪਰ ਹੱਲ ਇਹ ਨਹੀਂ ਹੈ। ਹਾਂਜੀ। ਕਿਉਂਕਿ ਸਮਾਜ ਦੀਆਂ ਜੋ ਕੁਰੀਤੀਆਂ, ਸਮਾਜ ਦੇ ਵਿੱਚ ਜੋ ਬੁਰਾਈਆਂ ਫੈਲੀਆਂ ਹੋਈਆਂ, ਉਹਨਾਂ ਲਈ ਕਿਤੇ ਨਾ ਕਿਤੇ ਇਹ ਸਮਾਜ ਅਸੀਂ ਆਪ ਜ਼ਿੰਮੇਵਾਰ, ਖੁਦ ਜ਼ਿੰਮੇਵਾਰ ਹਾਂ। ਸਭ ਤੋਂ ਮੇਨ ਤੇ ਐਜੂਕੇਸ਼ਨ ਦੀ ਕਮੀ ਹੈ। ਦੂਸਰਾ ਜਿਹੜਾ ਅਸੀਂ ਵਿਤਕਰਾ ਕਰਦੇ ਹਾਂ ਬੇਟੀਆਂ ਔਰ ਬੇਟਿਆਂ ਦੇ ਵਿੱਚ, ਬਿਲਕੁਲ ਇਹ ਚੀਜ਼ ਜਿਹੜੀ ਹੈ ਇਹ ਸਮਾਜ ਨੂੰ ਇੱਕ ਬਹੁਤ ਗਲਤ ਪਾਸੇ ਲੈ ਕੇ ਜਾ ਰਹੀ ਹੈ। ਰਾਤ ਨੂੰ ਅਗਰ ਸਾਡਾ ਬੇਟਾ 8 ਵਜੇ ਜਾਂ 9 ਵਜੇ ਤੋਂ ਬਾਅਦ ਘਰ ਵੜਦਾ ਤਾਂ ਅਸੀਂ ਉਹਨੂੰ ਪੁੱਛਦੇ ਨਹੀਂ ਕਿ ਤੂੰ ਕਿੱਥੋਂ ਆਇਆ ਤੇ ਕੀ ਕਰ ਰਿਹਾ ਸੀ, ਕਿਹਦੇ ਨਾਲ ਸੀ।
ਤੇ ਜੇ ਧੀ ਸਾਡੀ ਸ਼ਾਮੀ 5 ਵਜੇ ਤੋਂ ਬਾਅਦ ਕਿਤੇ 5 ਮਿੰਟ ਵੀ ਲੇਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਅਸੀਂ ਉੱਤੇ ਬੰਦਿਸ਼ਾਂ ਤਾਂ ਲਾਉਂਦੇ ਆ ਕਿ ਭਾਈ ਤੂੰ ਇੰਨੀ ਲੇਟ ਹੋ ਗਈ ਜਾਂ ਕੀ ਰੀਜ਼ਨ ਕੀ ਹੈਗਾ। ਬਜਾਏ ਇਹਦੇ ਕਿ ਅਸੀਂ ਧੀਆਂ ਨੂੰ ਕ੍ਰਿਟੀਸਾਈਜ਼ ਕਰੀਏ, ਅਸੀਂ ਆਪਣੇ ਜਿਹੜੇ ਬੱਚੇ ਆ, ਜਿਹੜੇ ਮੁੰਡੇ ਆ, ਅਸੀਂ ਉਹਨਾਂ ਉੱਤੇ ਵੀ ਸਾਨੂੰ ਜੋ ਹੈ ਫੋਕਸ ਕਰਨਾ ਪੈਣਾ ਕਿ ਜਿਸ ਤਰੀਕੇ ਦੇ ਨਾਲ ਜੇ ਅਸੀਂ ਇਹ ਚਾਹੁੰਦੇ ਕਿ ਸਾਡੇ ਘਰ ਦੇ ਵਿੱਚ ਭੈਣ ਹੈ ਉਹਨੂੰ ਰਿਸਪੈਕਟ ਬਣਦੀ ਹੈ, ਉਹਦੀ ਰਿਸਪੈਕਟ ਹਰ ਕੋਈ ਕਰੇ, ਤੇ ਜਿਹੜੀਆਂ ਦੂਜਿਆਂ ਦੇ ਘਰ ਧੀਆਂ ਬੈਠੀਆਂ ਉਹਨਾਂ ਦੀ ਰਿਸਪੈਕਟ ਕਰਨ ਦਾ ਕਰਮ ਜੋ ਹੈ ਉਹ ਵੀ ਤੁਹਾਨੂੰ ਕਰਨਾ ਪੈਣਾ। ਬਿਲਕੁਲ ਜੀ, ਬਿਲਕੁਲ। ਤੇ ਇਹ ਸੰਸਕਾਰ, ਇਹ ਚੰਗੇ ਸੰਸਕਾਰ ਜੋ ਹੈ ਇਹ ਮਾਪਿਆਂ ਵੱਲੋਂ ਬੱਚਿਆਂ ਨੂੰ ਦੇਣੇ ਪੈਣੇ ਆ, ਔਰ ਜਦੋਂ ਪਨੀਰੀ ਵਧੀਆ ਤਰੀਕੇ ਦੇ ਨਾਲ ਚੱਲੂਗੀ ਤੇ ਉਹ ਵਧੀਆ ਫਲ ਦੇਊਗੀ। ਇਸ ਮਾਨਸਿਕਤਾ ਨੂੰ ਸਾਨੂੰ ਬਦਲਣਾ ਪੈਣਾ, ਲੋਕਾਂ ਦੇ ਹਾਲਾਤ ਤਾਈਓਂ ਬਦਲਣਗੇ, ਔਰ ਇਹ ਸਭ ਤੋਂ ਵੱਡਾ ਹਥਿਆਰ ਇਸ ਮਾਨਸਿਕਤਾ ਨੂੰ ਚੇਂਜ ਕਰਨ ਦਾ ਐਜੂਕੇਸ਼ਨ ਹੈ। ਜਦੋਂ ਤੱਕ ਸਮਾਜ ਦੇ ਹਰ ਤਬਕੇ ਤੱਕ ਔਰ ਡਾਊਨ ਤੱਕ ਜਦੋਂ ਤੱਕ ਐਜੂਕੇਸ਼ਨ ਨਹੀਂ ਪਹੁੰਚੂਗੀ ਇੱਦਾਂ ਦੇ ਅਪਰਾਧ ਹੁੰਦੇ ਰਹਿਣੇ। ਜਿੱਦਾਂ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅਗਰ ਅਸੀਂ ਉਹ 'ਤੇ ਵਿਚਾਰ ਕਰਾਂਗੇ ਜੀ, ਬਿਲਕੁਲ 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 ਜੀ, ਬਿਲਕੁਲ। ਤੇ ਇਹ ਬਹੁਤ ਜਵਲੰਤ ਮੁੱਦਾ ਹੈ ਇਸ ਟਾਈਮ, ਔਰ ਸਾਰੇ ਪਰਿਵਾਰ ਦਾ ਕਹਿ ਲਓ ਜਾਂ ਸਾਰੇ ਦੇਸ਼ ਦਾ ਕਹਿ ਲਓ, ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਵੀ ਔਰ ਆਪਣੇ ਧੀਆਂ ਨੂੰ, ਬੇਟਿਆਂ ਨੂੰ ਇਹ ਸੰਸਕਾਰ ਦਈਏ ਤਾਂ ਕਿ ਜੋ ਹੈ ਉਹ ਘਰ ਤੋਂ ਬਾਹਰ ਨਿਕਲ ਕੇ ਵੀ ਉਹੀ ਮਾਹੌਲ ਪਾਉਣ ਔਰ ਇੱਕ ਦੂਸਰੇ ਦੀ ਰਿਸਪੈਕਟ ਕਰਨ, ਔਰ ਹਰ ਬਗਾਨੀ ਧੀ ਨੂੰ ਜਿਹੜਾ ਆ ਉਹ ਆਪਣਾ ਸਮਝਣ, ਤਾਂ ਹੀ ਉਹ ਇਹ ਸਮਾਜ ਜੋ ਹੈ ਚੰਗੇ ਪਾਸੇ ਜਾ ਸਕਦਾ। ਤੇ ਤੁਸੀਂ ਅਖੀਰ ਤੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਪੰਜਾਬੀ ਸਟੂਡੀਓ ਦੀ ਸਾਰੀ ਟੀਮ ਦਾ ਫਿਰ ਇੱਕ ਵਾਰੀ ਧੰਨਵਾਦੀ ਹਾਂ। ਤੇ ਮੈਂ ਇਹ ਮੈਸੇਜ ਸੁਨੇਹਾ ਪੰਜਾਬ ਦੇਸ਼ ਤੇ ਹਿੰਦੁਸਤਾਨ ਦੇ ਸਾਰੇ ਯੂਥ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਹਿੰਦੁਸਤਾਨ ਇੱਕ ਐਸਾ ਮੁਲਕ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਜਵਾਨ ਵਸਦੇ ਅੱਜ ਦੀ ਡੇਟ ਦੇ ਵਿੱਚ, ਔਰ ਜੇ ਇਹਦੇ ਵਿੱਚ ਅਤੀ ਸ਼ਕਤੀ ਨਹੀਂ ਹੋਊਗੀ ਕਿ ਜੇ ਆਪਾਂ ਹਿੰਦੁਸਤਾਨ ਨੂੰ ਜਵਾਨਾਂ ਦਾ ਦੇਸ਼ ਕਹੀਏ, ਤੇ ਜਵਾਨ ਜਿਸ ਪਾਸੇ ਤੁਰ ਪੈਣਗੇ, ਯੂਥ ਜਿਸ ਪਾਸੇ ਤੁਰ ਪਊਗਾ, ਉਹ ਦੇਸ਼ ਜਿਹੜਾ ਆ ਉਹ ਕਦੇ ਵੀ ਪਿੱਛੇ ਨਹੀਂ ਰਹਿ ਸਕਦਾ। ਤੇ ਮੇਰੀ ਸਾਰੇ ਯੁਵਾਵਾਂ ਨੂੰ, ਦੇਸ਼ ਦੇ ਜਿੰਨੇ ਵੀ ਯੁਵਾ ਲੋਕ ਹੈਗੇ ਆ, ਇਹਨਾਂ ਸਾਰੇ ਵੀਰਾਂ ਦੇ ਇੱਕ ਮੈਂ ਇਹਨਾਂ ਨੂੰ ਆਗ੍ਰਹਿ ਕਰਨਾ ਚਾਹੁੰਦਾ, ਇੱਕ ਬੇਨਤੀ ਕਰਨਾ ਚਾਹੁੰਦਾ ਕਿ ਬੁਰੇ ਜਿਹੜੇ ਕਰਮ ਹੈਗੇ ਆ, ਨਸ਼ੇ ਜਿਹੜੇ ਆ, ਇਹਨਾਂ ਨੂੰ ਤਿਆਗ ਕੇ ਗਲਤ ਪਾਸੋਂ ਹਟ ਕੇ ਆਪਾਂ ਚੰਗੇ ਪਾਸੇ ਲੱਗੀਏ, ਠੀਕ ਹੈ ਜੀ, ਔਰ ਆਪਣੇ ਆਪ ਨੂੰ ਵਧੀਆ ਪਾਸੇ ਲਾਈਏ, ਸਪੋਰਟਸ ਦੇ ਨਾਲ ਜੁੜੋ, ਅੱਛੀ ਐਜੂਕੇਸ਼ਨ ਲਓ। ਔਰ ਪੰਜਾਬ ਦੇ ਪੈਰੈਂਟਸ ਨੂੰ ਖਾਸ ਕਰ ਮੇਰੀ ਇਹ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ, ਆਪਣੇ ਭਵਿੱਖ ਨੂੰ, ਜੋ ਅੱਜ ਕੱਲ੍ਹ ਟਰੈਂਡ ਚੱਲ ਰਿਹਾ ਪੰਜਾਬ ਦੇ ਵਿੱਚ, ਆਈਲੈਟਸ ਕਰੋ ਅਤੇ ਆਈਲੈਟਸ ਕਰਕੇ ਬਾਹਰ ਭੇਜ ਦਿਓ, ਕਿਉਂਕਿ ਸਾਡਾ ਜੋ ਟੈਲੈਂਟ, ਪੰਜਾਬ ਦਾ ਜੋ ਟੈਲੈਂਟ ਹੈਗਾ, ਉਹ ਸਭ +2 ਕਰਕੇ, ਆਈਲੈਟਸ ਕਰਕੇ ਵਿਦੇਸ਼ਾਂ ਵਿੱਚ ਜਾ ਰਿਹਾ। ਅਤੇ ਪੰਜਾਬ ਜਾਂ ਹਿੰਦੁਸਤਾਨ ਦਾ ਜਿਹੜਾ ਜੋ ਟੈਲੈਂਟ ਹੈ, ਉਹਨਾਂ ਨੇ ਆਪਣਾ ਟੈਲੈਂਟ ਫਿਰ ਵਿਦੇਸ਼ਾਂ ਦੇ ਵਿੱਚ ਹੀ ਦਿਖਾਉਣਾ। ਅਸੀਂ ਜਿਹੜੇ ਇਸ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਜੋ ਪੀਰਾਂ ਫਕੀਰਾਂ ਦੀ ਧਰਤੀ ਹੈ, ਅਸੀਂ ਇਸ ਪਾਸੇ ਨੂੰ ਤੁਰ ਪਏ ਹਾਂ ਕਿ ਹਾਲਾਤ ਇਹ ਹੈ ਕਿ ਦੂਜੀਆਂ ਸਟੇਟਾਂ ਦੇ ਲੋਕ ਜਿਹੜੇ ਆ ਉਹ ਇੱਥੇ ਆ ਕੇ ਸਾਡੇ ਕਿੱਤਿਆਂ ਦੇ ਉੱਤੇ ਕਾਬਜ਼ ਹੋ ਰਹੇ ਆ। ਅਤੇ ਮੇਰੀ ਰਿਕੁਐਸਟ ਹੈ ਸਾਰੇ ਵੀਰਾਂ ਨੂੰ, ਸਾਰੇ ਭੈਣ ਭਰਾਵਾਂ ਨੂੰ ਕਿ ਆਪਾਂ ਬੁਰੇ ਵਿਅਸਨ ਛੱਡ ਕੇ ਆਪਾਂ ਵਧੀਆ ਐਜੂਕੇਸ਼ਨ ਲਈਏ, ਔਰ ਐਜੂਕੇਸ਼ਨ ਤੋਂ ਬਾਅਦ ਆਪਾਂ ਇੱਥੇ ਹਿੰਦੁਸਤਾਨ ਦੇ ਵਿੱਚ ਹੀ, ਪੰਜਾਬ ਦੇ ਵਿੱਚ ਹੀ ਬਹੁਤ ਅੱਛੇ ਡਿਪਾਰਟਮੈਂਟ ਹੈ, ਆਪਣੀ ਹਾਇਰ ਐਜੂਕੇਸ਼ਨ ਇੱਥੇ ਕੰਪਲੀਟ ਕਰੀਏ ਅਤੇ ਦੇਸ਼ ਦੀ ਸੇਵਾ ਕਰੀਏ, ਬਜਾਏ ਆਪਾਂ ਬਾਹਰ ਜਾਣ ਦੇ। ਆਪਾਂ ਪੰਜਾਬ ਦੇ ਵਿੱਚ ਹੀ ਰਹਿਣਾ ਪਸੰਦ ਕਰੀਏ ਅਤੇ ਪੰਜਾਬ ਨੂੰ ਔਰ ਹਿੰਦੁਸਤਾਨ ਨੂੰ ਬਹੁਤ ਛੇਤੀ ਇੱਕ ਡਿਵੈਲਪ ਕੰਟਰੀ ਬਣਾਈਏ। ਇਹ ਮੇਰਾ ਸੁਨੇਹਾ ਯੂਥ ਨੂੰ। ਸਰਾਂ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰ ਫਿਰ ਪੰਜਾਬੀ ਸਟੂਡੀਓ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ।